ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਜਾ ਕਰਜ਼ ਗੁਫਤਮ ਪੇਸ਼ ਤੋ ਦਰਗੋਸ਼ ਕੁਨ ਕਰਤਾਰ, ਹੱਕਾ ਕਬੀਰ ਕਰੀਮ ਤੂੰ ਬੇਅਬ ਪਰਵਦਗਾਰ। ਦੁਨੀਆ ਮੁਕਾਮੇ ਫਾਨੀ ਤਹਿਕੀਕ ਦਿਲਦਾਨੀ, ਮਮ ਸਰ ਮੂਏ ਅਜ਼ਰਾਇਲ ਗ੍ਰਿਫਤੈ ਦਿਲ ਹੇਚ ਨਦਾਨੀ। ਜਨ ਪਿਸਰ ਪਦਰ ਬਿਰਾਦਰਾਂ ਕਸ ਨੇਸ਼ ਦਸਤੰਗੀਰ, ਆਖਿਰ ਬਿਫਤਮ ਕਸ ਨ ਦਾਰਦ ਚੂੰ ਸ਼ਬਦ ਤਕਬੀਰ। ਸਭ ਰੋਜ਼ ਗਸਤਮ ਦਰ ਹਵਾ ਕਰਦੇਮ ਬਦੀ ਖਿਆਲ, ਗਾਹੇ ਨ ਨੇਕੀ ਕਾਰ ਕਰਦਮ ਮਮ ਈਚਿਨੀ ਅਹਵਾਲ। ਬਦ ਬਖਤ ਹਮ ਚੋ ਬਖੀਲ ਗਾਫਿਲ ਬੇਨਜ਼ਰ ਬੇਬਾਕ, ਨਾਨਕ ਬਗੋਇਦ ਜਨ ਤੁਰਾ ਤੇਰੇ ਚਾਕਰਾਂ ਪਾ ਖਾਕ। ਨਾਨਕ ਬਗੋਇਦ ਜਨ ਤੁਰਾ ਤੇਰੇ ਚਾਕਰਾਂ ਪਾ ਖਾਕ। ਵਾਹਿਗੁਰੂ ਜੀ ਸਲੋਕ ਮਹੱਲਾ ਤੀਜਾ। ਗੁਰਮੁਖ ਸੱਚੇ ਭਾਵੰਦੇ ਦਰ ਸੱਚੈ ਸਚਿਆਰ, ਸਾਜਨ ਮਨ ਆਨੰਦ ਹੈ ਗੁਰ ਕਾ ਸ਼ਬਦ ਵਿਚਾਰ। ਗੁਰਮੁਖ ਸੱਚੇ ਭਾਵੰਦੇ ਦਰ ਸੱਚੈ ਸਚਿਆਰ, ਸਾਜਨ ਮਨ ਆਨੰਦ ਹੈ ਗੁਰ ਕਾ ਸ਼ਬਦ ਵਿਚਾਰ। ਅੰਤਰ ਸ਼ਬਦ ਵਸਾਇਆ ਦੁਖ ਕਟਿਆ, ਚਾਨਣ ਕੀਆ ਕਰਤਾਰ। ਨਾਨਕ ਰੱਖਣ ਹਾਰਾ ਰਖਸੀ ਆਪਣੀ ਕਿਰਪਾ ਧਾਰ। ਅੰਤਰ ਸ਼ਬਦ ਵਸਾਇਆ ਦੁਖ ਕਟਿਆ, ਚਾਨਣ ਕੀਆ ਕਰਤਾਰ। ਨਾਨਕ ਰੱਖਣ ਹਾਰਾ ਰਖਸੀ ਆਪਣੀ ਕਿਰਪਾ ਧਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਾਧ ਸੰਗਤ ਜੀਓ, ਜਿਨ ਕੇ ਭਾਗ ਬੜੇ हैं ਭਾਈ ਤਿਨ ਸਾਧੂ ਸੰਗ ਮੁਖ ਜੁਰੇ। ਮਹਾਵਾਕ ਅਨੁਸਾਰ ਆਪ ਜੀ ਅਤਿਅੰਤ ਬੜ ਭਾਗੇ ਹੋ, ਜੋ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਦੇ ਦੀਵਾਨ ਦੀਆਂ ਹਾਜ਼ਰੀਆਂ ਭਰੀਆਂ ਹਨ। ਅੰਮ੍ਰਿਤਮਈ ਗੁਰੂ ਕੀ ਬਾਣੀ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਸਰਵਣ ਕੀਤੇ ਹਨ। ਆਓ ਹੁਣ ਆਪਣੀਆਂ ਮਨ ਬਿਰਤੀਆਂ ਨੂੰ ਸਤਿਗੁਰੂ ਮਹਾਰਾਜ ਸਾਹਿਬ ਗੁਰੂ ਅਮਰਦਾਸ ਜੀ ਦੇ ਚਰਨਾਂ ਵਿੱਚ ਇਕਾਗਰ ਕਰੀਏ। ਸਤਿਗੁਰੂ ਜੀ ਦੇ ਪਾਵਨ ਸਲੋਕ ਜੋ ਬਿਆਗੜੇ ਦੀ ਵਾਰ ਵਿੱਚ ਮਹਾਰਾਜ ਨੇ ਉਚਾਰਨ ਕੀਤੇ ਹਨ, ਇਹ ਵਾਰ ਗੁਰੂ ਰਾਮਦਾਸ ਸਾਹਿਬ ਜੀ ਦੀ ਹੈ ਅਤੇ ਨਾਲ ਸੰਬੰਧਿਤ ਸਲੋਕ ਜੋ ਹਨ ਜ਼ਿਆਦਾਤਰ ਤੀਸਰੇ ਪਾਤਸ਼ਾਹ ਜੀ ਦੇ ਆ ਰਹੇ ਹਨ। ਪ੍ਰੇਮ ਸਹਿਤ ਸਰਵਣ ਕਰੀਏ। ਸਾਰੀ ਸੰਗਤ ਆਖੀਏ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ। ਤੀਸਰੇ ਪਾਤਸ਼ਾਹ ਜੀ ਸਲੋਕ ਉਚਾਰਨ ਕਰਦੇ ਹਨ। ਗੁਰਮੁਖ ਸੱਚੇ ਭਾਵੰਦੇ ਦਰ ਸੱਚੈ ਸਚਿਆਰ। ਜਿਹੜੇ ਗੁਰਮੁਖ ਹਨ, ਗੁਰੂ ਅਨੁਸਾਰੀ, ਗੁਰੂ ਦੀ ਮੱਤ ਨੂੰ ਲੈ ਕੇ ਤੁਰਨ ਵਾਲੇ, ਜੋ ਗੁਰੂ ਨੂੰ ਮੂਹਰੇ ਧਰਦੇ ਹਨ, ਆਪ ਗੁਰੂ ਦੇ ਹੁਕਮ ਅਨੁਸਾਰ ਚੱਲਦੇ ਹਨ, ਉਹ ਗੁਰਮੁਖ ਸੱਚੇ ਵਾਹਿਗੁਰੂ ਨੂੰ ਭਾ ਜਾਂਦੇ ਹਨ। ਮਹਾਰਾਜ ਸੱਚੇ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਜੀ ਨੇ ਪਹਿਲਾਂ ਗੁਰਮੁਖ ਪਦਵੀ ਪ੍ਰਾਪਤ ਕੀਤੀ ਹੈ। ਗੁਰੂ ਸਾਹਿਬ ਗੁਰੂ ਅੰਗਦ ਦੇਵ ਜੀ ਦੀ ਸੇਵਾ ਕਰਕੇ
ਗੁਰਮੁਖ ਪਦਵੀ ਪ੍ਰਾਪਤ ਕੀਤੀ ਹੈ ਅਤੇ ਫਿਰ ਆਪ ਜੀ ਗੁਰਮੁਖ ਤੋਂ ਗੁਰੂ ਬਣੇ ਹਨ। ਕਿਉਂਕਿ ਗੁਰਮੁਖ ਦੇ ਗੁਰਬਾਣੀ ਵਿੱਚ ਬੜੇ ਹੀ ਵਿਆਪਕ ਅਰਥ ਆਉਂਦੇ ਹਨ, ਜਿਨ੍ਹਾਂ ਅਰਥਾਂ 'ਚ ਅਸੀਂ ਗੁਰਮੁਖ ਸਮਝਦੇ ਹਾਂ। ਜਿਵੇਂ ਕਿਸੇ ਨੂੰ ਸੰਬੋਧਨ ਕਰਦੇ ਹਾਂ, ਆਓ ਗੁਰਮੁਖੋ, ਸਤਿਕਾਰਯੋਗ ਇਹ ਸੰਬੋਧਨ ਹੈ। ਪਰੰਤੂ ਸਾਡੀ ਮਾਨਸਿਕਤਾ ਇਹ ਹੈ ਵੀ ਇੱਕ ਵਿਅਕਤੀ ਨੂੰ, ਇੱਕ ਬੰਦੇ ਨੂੰ, ਇੱਕ ਇਨਸਾਨ ਨੂੰ ਗੁਰਮੁਖ ਕਿਹਾ ਜਾ ਸਕਦਾ ਹੈ। ਪਰ ਵਾਸਤਵ ਵਿੱਚ ਗੁਰਮੁਖ ਦੇ ਬਹੁਤ ਵਿਆਪਕ ਅਰਥ ਹਨ। ਇੱਕ ਤਾਂ ਅਰਥ ਹੈ ਗੁਰੂ ਦੇ ਰਾਹੀਂ, ਗੁਰੂ ਦੇ ਦੁਆਰਾ। ਗੁਰੂ ਦੇ ਰਾਹੀਂ ਪ੍ਰਮਾਤਮਾ ਦੀ ਪਰਮ ਪਦਵੀ ਦੀ ਪ੍ਰਾਪਤੀ ਹੁੰਦੀ ਹੈ। ਅਤੇ ਦੂਸਰਾ ਅਰਥ ਹੈ ਬ੍ਰਹਮ ਨੂੰ ਵੀ ਗੁਰਮੁਖ ਮਹਾਰਾਜ ਕਹਿੰਦੇ ਹਨ। ਗੁਰਮੁਖ ਨਾਦੰ, ਗੁਰਮੁਖ ਵੇਦੰ, ਗੁਰਮੁਖ ਰਹਿਆ ਸਮਾਈ। ਇੱਥੇ ਵਿਆਪਕ ਦੇ ਜਿਹੜੇ ਲੱਛਣ ਹਨ, ਵਿਆਪਕ ਬ੍ਰਹਮ ਅਤੇ ਗੁਰਮੁਖ ਇੱਕੋ ਅਰਥਾਂ 'ਚ ਇਸ ਪੰਕਤੀ 'ਚ ਆਉਂਦੇ ਹਨ। ਕਿਉਂਕਿ ਬ੍ਰਹਮ ਦੇ ਅਰਥ ਵੀ ਵਿਆਪਕ ਹਨ ਅਤੇ ਵਿਆਪਕ ਦੇ ਅਰਥ ਬ੍ਰਹਮ ਹਨ। ਕਿਉਂਕਿ ਵਿਆਪਕ ਤੇ ਆਕਾਸ਼ ਵੀ ਹੁੰਦਾ ਹੈ, ਪਰ ਬ੍ਰਹਮ ਦੇ ਲੱਛਣਾਂ ਤੋਂ ਭਿੰਨ ਹੁੰਦਾ ਹੈ। ਇੱਕ ਚੀਜ਼ ਤੋਂ ਦੂਸਰੀ ਚੀਜ਼ ਵਿਆਪਕ ਮੰਨੀ ਗਈ ਹੈ। 5 ਤੱਤ ਹਨ। ਸਭ ਤੋਂ ਸਥੂਲ ਜਿਹੜੀ ਹੈ ਉਹ ਧਰਤੀ ਹੈ। ਧਰਤੀ ਨਾਲੋਂ ਵਿਆਪਕ ਜਲ ਹੈ। ਧਰਤੀ ਜਲ ਦੇ ਸਾਹਮਣੇ ਪ੍ਰਛਿੰਨ ਹੈ ਔਰ ਜਲ ਧਰਤੀ ਨਾਲੋਂ ਵਿਆਪਕ ਹੈ। ਔਰ ਜਲ ਨਾਲੋਂ ਅਗਨੀ ਵਿਆਪਕ ਹੈ, ਕਿਉਂਕਿ ਸੂਰਜ ਬਹੁਤ ਵੱਡਾ ਹੈ ਔਰ ਸਾਰਾ ਅੱਗ ਦਾ ਗੋਲਾ ਹੀ ਹੈ। ਇਸ ਤੋਂ ਇਲਾਵਾ ਹੋਰ ਜਿਹੜੇ ਬਹੁਤ ਜ਼ਿਆਦਾ ਗ੍ਰਹਿ, ਤਾਰੇ, ਨਛੱਤਰ ਅਗਨੀ ਦਾ ਹੀ ਰੂਪ ਹਨ। ਕੇਤੇ ਇੰਦ ਚੰਦ ਸੂਰ, ਕੇਤੇ ਮੰਡਲ ਦੇਸ। ਧਰਤੀ ਦੇ ਵਿੱਚ ਵੀ ਬਹੁਤ ਸਾਰੀਆਂ ਖਾਣਾਂ ਹਨ ਜਿਨ੍ਹਾਂ ਵਿੱਚ ਅੱਗ ਛੁਪੀ ਹੋਈ ਹੈ। ਪਾਣੀ ਵਿੱਚ ਵੀ ਅੱਗ ਹੈ, ਸਮੁੰਦਰ ਦੇ ਵਿੱਚ ਬੜਵਾ ਅਗਨੀ। ਔਰ ਦਰੱਖਤਾਂ ਦੇ ਅੰਦਰ ਤਾਂ ਪ੍ਰਤੱਖ ਹੀ ਜਾਣ ਸਕਦੇ ਹਾਂ ਕਿ ਘਾਹ ਦੇ ਤੀਲੇ ਤੋਂ ਜਿੰਨੀ ਵੀ ਬਨਸਪਤੀ ਹੈ, ਸਾਰੀ ਅਗਨੀ ਨੂੰ ਸਾਂਭ ਕੇ ਬੈਠੀ ਹੋਈ ਹੈ। ਯਾਨੀ ਜਲ ਅਤੇ ਧਰਤੀ ਅਗਨੀ ਦੇ ਸਾਹਮਣੇ ਪ੍ਰਛਿੰਨ ਹਨ ਅਤੇ ਜਲ ਨਾਲੋਂ ਵੀ ਅਗਨੀ ਜੋ ਹੈ ਵਿਆਪਕ ਹੈ। ਅਗਨੀ ਨਾਲੋਂ ਜੋ ਹਵਾ ਹੈ ਉਹ ਜ਼ਿਆਦਾ ਵਿਆਪਕ ਹੈ। ਅਗਨੀ ਹਵਾ ਤੋਂ ਘੱਟ ਥਾਂ 'ਤੇ ਹੈ, ਪ੍ਰਛਿੰਨ ਹੈ। ਅਗਨੀ ਪ੍ਰਛਿੰਨ ਹੈ, ਹਵਾ ਵਿਆਪਕ ਹੈ। ਹਵਾ ਨਾਲੋਂ ਆਕਾਸ਼ ਬਹੁਤ ਜ਼ਿਆਦਾ ਵਿਆਪਕ ਹੈ। ਆਕਾਸ਼ ਤੋਂ ਵੱਧ ਕੇ ਵਿਆਪਕ ਮਾਦਾ ਵਿੱਚ ਕੋਈ ਸੰਸਾਰ ਦੇ ਵਿੱਚ ਜੋ ਮਟੀਰੀਅਲ ਹੈ ਉਹਦੇ ਵਿੱਚ ਆਕਾਸ਼ ਤੋਂ ਵੱਧ ਕੇ ਕੁਛ ਵੀ ਨਹੀਂ ਵਿਆਪਕ। ਪਰ ਆਕਾਸ਼ ਜੜ ਹੈ, ਚੇਤਨ ਨਹੀਂ, ਇਹ ਫਰਕ ਹੈ। ਆਕਾਸ਼ ਵਿਆਪਕ ਬਹੁਤ ਹੈ, ਮਿਣਿਆ ਨਹੀਂ ਜਾ ਸਕਦਾ, ਪਰੰਤੂ ਆਕਾਸ਼ ਜੜ ਹੈ, ਚੇਤਨ ਨਹੀਂ। ਜੋ ਪ੍ਰਮਾਤਮਾ ਹੈ, ਬ੍ਰਹਮ ਹੈ, ਉਹ ਚੇਤਨ ਵੀ ਹੈ। ਉਹ ਸਭ ਕੁਛ ਜਾਣਦਾ ਹੈ, ਸਦ ਸੁਣਦਾ, ਸਦ ਵੇਖਦਾ, ਸਰਬ ਰਿਹਾ ਭਰਪੂਰ। ਇਸ ਕਰਕੇ ਗੁਰਮੁਖ ਨਾਦੰ, ਗੁਰਮੁਖ ਵੇਦੰ, ਗੁਰਮੁਖ ਰਹਿਆ ਸਮਾਈ। ਉਹ ਵਾਹਿਗੁਰੂ ਬ੍ਰਹਮ ਜੋ ਹੈ ਉਹ ਨਾਦ ਵਿੱਚ ਵੀ ਹੈ, ਵੇਦ ਵਿੱਚ ਵੀ ਹੈ ਅਤੇ ਸਰਬੱਤਰ ਸਮਾਇਆ ਹੋਇਆ ਹੈ। ਇਸ ਕਰਕੇ ਗੁਰਮੁਖ ਦੇ ਅਰਥ ਬ੍ਰਹਮ ਦੇ ਅਰਥਾਂ ਵਿੱਚ ਵੀ ਆਏ ਹਨ ਗੁਰਬਾਣੀ ਵਿੱਚ, ਅਤੇ ਗੁਰੂ ਦੇ ਰਾਹੀਂ, ਗੁਰੂ ਦੇ ਦੁਆਰਾ ਪਰਮ ਪਦ ਵੀ ਪ੍ਰਾਪਤੀ ਹੁੰਦੀ ਹੈ। ਇਹਨਾਂ ਅਰਥਾਂ ਵਿੱਚ ਵੀ ਗੁਰਮੁਖ ਪਦ ਆਇਆ ਹੈ। ਇੱਥੇ ਗੁਰਮੁਖ ਦੇ ਅਰਥ ਹਨ ਜਿਹੜੇ ਗੁਰੂ ਦੇ ਅਨੁਸਾਰ ਹੀ ਹੋ ਕੇ ਚੱਲਦੇ ਹਨ। ਉਹ ਗੁਰਮੁਖ ਸੱਚੇ ਵਾਹਿਗੁਰੂ ਨੂੰ ਭਾ ਜਾਂਦੇ ਹਨ।
ਗੁਰਮੁਖ ਸੱਚੈ ਭਾਵੰਦੇ, ਦਰ ਸੱਚੈ ਸਚਿਆਰ। ਉਹ ਸੱਚੇ ਦਰ 'ਤੇ, ਵਾਹਿਗੁਰੂ ਦੇ ਦਰ 'ਤੇ ਸਚਿਆਰ ਖਰੇ ਸਾਬਤ ਹੁੰਦੇ ਹਨ। ਉੱਥੇ ਉਹਨਾਂ ਨੂੰ ਵਾਹਿਗੁਰੂ ਆਪਣੇ ਖਜ਼ਾਨੇ 'ਚ ਪਾ ਲੈਂਦਾ। ਖਰੇ ਪਰਖ ਖਜ਼ਾਨੇ ਪਾਈਨ, ਖੋਟੇ ਸੁੱਟੀਆਂ ਬਾਰ-ਬਾਰ। ਖੋਟਿਆਂ ਨੂੰ ਬਾਹਰ ਸੁੱਟ ਦਿੰਦੇ ਹਨ ਅਤੇ ਖਰੇ ਸਚਿਆਰਾਂ ਨੂੰ ਵਾਹਿਗੁਰੂ ਜੀ ਆਪਣੇ ਖਜ਼ਾਨੇ 'ਚ ਪਾ ਲੈਂਦੇ ਹਨ। ਉਹ ਸੱਚੇ ਦਰ 'ਤੇ ਸੱਚੇ ਸਾਬਤ ਹੋ ਜਾਂਦੇ ਹਨ। ਸਾਜਨ ਮਨ ਆਨੰਦ ਹੈ, ਗੁਰ ਕਾ ਸ਼ਬਦ ਵਿਚਾਰ। ਜਿਹੜੇ ਸੱਜਣ ਹਨ, ਭਾਵ ਪਰਮੇਸ਼ਰ ਦੇ ਪਿਆਰੇ ਹਨ, ਉਹਨਾਂ ਸੰਤਾਂ ਮਹਾਂਪੁਰਸ਼ਾਂ ਦੇ ਮਨ ਵਿੱਚ ਸਦਾ ਆਨੰਦ ਬਣਿਆ ਰਹਿੰਦਾ ਹੈ। ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ। ਆਨੰਦ ਦੀ ਪ੍ਰਾਪਤੀ ਹੋਵੇ, ਆਪਾਂ ਸਾਰੇ ਹੀ ਚਾਹੁੰਦੇ ਹਾਂ। ਜਿੰਨੀ ਵੀ ਸ੍ਰਿਸ਼ਟੀ ਹੈ ਸਾਰੀ ਆਨੰਦ ਨੂੰ ਚਾਹੁੰਦੀ ਹੈ, ਪਰ ਆਨੰਦ ਦੀ ਪ੍ਰਾਪਤੀ ਗੁਰੂ ਤੋਂ ਬਿਨਾਂ ਹੁੰਦੀ ਨਹੀਂ। ਸੁੱਖ ਵਿੱਚ ਅਤੇ ਆਨੰਦ ਵਿੱਚ ਫਰਕ ਹੈ। ਸੁੱਖ ਪਦਾਰਥਾਂ ਵਿੱਚੋਂ ਵੀ ਮਿਲ ਜਾਂਦਾ ਹੈ, ਪਰ ਥੋੜ੍ਹਾ ਸਮਾਂ ਰਹਿ ਕੇ ਵਿਨਸ ਜਾਂਦਾ ਹੈ। ਕੋਈ ਵੀ ਪਦਾਰਥਾਂ ਦਾ ਸੁੱਖ ਹੈ, ਛਿਣ ਭੰਗਰ ਹੈ। ਘੰਟਾ 2 ਘੰਟੇ, ਮਹੀਨਾ 2 ਮਹੀਨੇ, ਸਾਲ 2 ਸਾਲ ਕੋਈ ਸੁੱਖ ਦੇਣ ਵਾਲੀ ਚੀਜ਼ ਸੁੱਖ ਦਿੰਦੀ ਹੈ, ਬਾਅਦ ਵਿੱਚ ਉਹੀ ਚੀਜ਼ ਦੁੱਖ ਵੀ ਦਿੰਦੀ ਹੈ। ਜਿਹੜੇ ਕੱਪੜੇ ਗਰਮੀ ਦੇ ਵਿੱਚ ਸੁੱਖ ਦਿੰਦੇ ਹਨ, ਉਹ ਕੱਪੜੇ ਸਿਆਲ ਵਿੱਚ ਪਾਈਏ ਤਾਂ ਦੁੱਖ ਦਿੰਦੇ ਹਨ। ਜੇ ਸਿਆਲ ਵਾਲੇ ਕੱਪੜੇ ਗਰਮੀ 'ਚ ਪਾਈਏ ਤਾਂ ਉਹ ਦੁੱਖ ਦਿੰਦੇ ਹਨ। ਇਸੇ ਤਰ੍ਹਾਂ ਸੰਸਾਰ ਦੀ ਹਰ ਵਸਤੂ ਤੁਸੀਂ ਦੇਖ ਸਕਦੇ ਹੋ, ਜੇ ਸੁੱਖ ਦਿੰਦੀ ਹੈ, ਦੁੱਖ ਵੀ ਜ਼ਰੂਰ ਦਿੰਦੀ ਹੈ। ਗੱਡੀਆਂ ਕਾਰਾਂ ਸੁੱਖ ਦਿੰਦੀਆਂ ਹਨ, ਐਕਸੀਡੈਂਟ ਹੋ ਜਾਵੇ ਦੁੱਖ ਵੀ ਬੜਾ ਦਿੰਦੀਆਂ ਹਨ। ਬਿਜਲੀ ਬੜਾ ਸੁੱਖ ਦਿੰਦੀ ਹੈ, ਨੰਗੀ ਤਾਰ ਨੂੰ ਹੱਥ ਲੱਗ ਜਾਵੇ ਦੁੱਖ ਵੀ ਬੜਾ ਦਿੰਦੀ ਹੈ। ਸੰਸਾਰ ਦੀ ਕੋਈ ਐਸੀ ਵਸਤੂ ਨਹੀਂ ਸਦੀਵੀ ਸੁੱਖ ਹੀ ਦਿੰਦੀ ਹੋਵੇ। ਵਾਹਿਗੁਰੂ ਪਰਮੇਸ਼ਰ ਦਾ ਨਾਮ ਸਦਾ ਆਨੰਦ ਦਿੰਦਾ ਹੈ। ਇਸ ਕਰਕੇ ਸੁੱਖ ਨਾਲੋਂ ਆਨੰਦ ਦੀ ਭਿੰਨਤਾ ਦਰਸਾਈ ਗਈ ਹੈ। ਸਾਜਨ ਮਨ ਆਨੰਦ ਹੈ, ਗੁਰ ਕਾ ਸ਼ਬਦ ਵਿਚਾਰ। ਇਹ ਸੰਤਾਂ ਮਹਾਂਪੁਰਸ਼ਾਂ ਨੂੰ ਆਨੰਦ ਪ੍ਰਾਪਤ ਕਿੱਥੋਂ ਹੁੰਦਾ ਹੈ? ਗੁਰੂ ਕੇ ਸ਼ਬਦ ਦੀ ਵਿਚਾਰ ਕਰਕੇ। ਸਤਿਗੁਰੂ ਜੋ ਗੁਰਮੰਤਰ ਦਿੰਦੇ ਹਨ, ਸ਼ਬਦ ਦਿੰਦੇ ਹਨ, ਬ੍ਰਹਮ ਦੀ ਵਿਚਾਰ ਦੱਸਦੇ ਹਨ, ਉਸ ਵਿਚਾਰ ਨੂੰ ਹਿਰਦੇ 'ਚ ਵਸਾਉਣ ਵਾਲਾ ਤਤਬੇਤਾ ਸਦਾ ਹੀ ਆਨੰਦ ਵਿੱਚ ਹੋ ਜਾਂਦਾ ਹੈ। ਅੰਤਰ ਸ਼ਬਦ ਵਸਾਇਆ, ਦੁੱਖ ਕੱਟਿਆ, ਚਾਨਣ ਕੀਆ ਕਰਤਾਰ। ਸਤਿਗੁਰਾਂ ਨੇ ਕਿਰਪਾ ਕਰਕੇ ਆਪਣੇ ਸੇਵਕਾਂ ਸਿੱਖਾਂ ਦੇ ਹਿਰਦੇ ਵਿੱਚ ਸ਼ਬਦ ਵਸਾ ਦਿੱਤਾ ਹੈ। ਸ਼ਬਦ ਬ੍ਰਹਮ ਹੈ, ਬ੍ਰਹਮ ਸ਼ਬਦ ਹੈ। ਇਹ ਸਾਧ ਸੰਗਤ ਜੀ ਜਦੋਂ ਅਭਿਆਸ ਵਿੱਚ ਬੈਠਾਂਗੇ ਅਤੇ ਪੁਰਾਤਨ ਗ੍ਰੰਥਾਂ ਨੂੰ ਵਾਚਾਂਗੇ, ਫਿਰ ਪਤਾ ਲੱਗਦਾ ਕਿ ਕਿਸ ਅਰਥਾਂ ਵਿੱਚ ਸ਼ਬਦ ਬ੍ਰਹਮ ਹੈ, ਕਿਸ ਤਰ੍ਹਾਂ ਸ਼ਬਦ ਨੂੰ ਬ੍ਰਹਮ ਦਰਸਾਇਆ ਗਿਆ ਹੈ। ਕਿਉਂਕਿ ਸਾਨੂੰ ਬ੍ਰਹਮ ਦਾ ਸਾਕਸ਼ਾਤ ਬੋਧ ਸ਼ਬਦ ਦੁਆਰਾ ਹੀ ਹੁੰਦਾ ਹੈ। ਜਿੰਨਾ ਚਿਰ ਗੁਰੂ ਸਾਨੂੰ ਆਪਣੇ ਮੁਖ ਤੋਂ ਮਹਾਵਾਕ ਨਹੀਂ ਸੁਣਾਉਂਦੇ, ਓਨਾ ਚਿਰ ਸਾਨੂੰ ਬ੍ਰਹਮ ਦੀ, ਪਰਮੇਸ਼ਰ ਦੀ ਹਸਤੀ ਦਾ ਗਿਆਨ ਨਹੀਂ ਹੁੰਦਾ। ਉੱਦਾਂ ਆਪਾਂ ਸੰਸਾਰ ਦੇ ਵਿੱਚ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ 'ਚ ਬੜੀ ਵਿੱਦਿਆ ਪੜ੍ਹੀ ਹੈ, ਬੜੀਆਂ ਡਿਗਰੀਆਂ ਕੀਤੀਆਂ ਹਨ, ਪਰ ਉਹਨਾਂ ਡਿਗਰੀਆਂ ਦੇ ਨਾਲ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੋਈ। ਉਸ ਪੜ੍ਹਾਈ ਦੇ ਨਾਲ ਮਨ ਦੀ ਸ਼ਾਂਤੀ ਵੀ ਨਹੀਂ ਹੋਈ, ਮਨ ਦੀ ਭਟਕਣਾ ਵੀ ਨਹੀਂ ਮਿਟੀ। ਪਰ ਗੁਰੂ ਕੇ ਬਾਣੀ ਦੁਆਰਾ, ਗੁਰੂ ਕੇ ਸ਼ਬਦ ਦੁਆਰਾ ਜਿੱਥੇ ਮਨ ਦੀ ਭਟਕਣਾ ਮਿਟ ਜਾਂਦੀ ਹੈ, ਪਰਮਾਨੰਦ ਦੀ ਪ੍ਰਾਪਤੀ ਹੋ ਜਾਂਦੀ ਹੈ। ਇਸ ਕਰਕੇ ਸਾਜਨ ਮਨ ਆਨੰਦ ਹੈ, ਗੁਰ ਕਾ ਸ਼ਬਦ ਵਿਚਾਰ। ਗੁਰੂ ਕੇ ਸ਼ਬਦ ਦੀ ਵਿਚਾਰ ਕਰਕੇ ਸੰਤਾਂ ਮਹਾਂਪੁਰਸ਼ਾਂ ਸੱਜਣਾਂ ਦੇ ਮਨ ਵਿੱਚ ਸਦੀਵੀ ਆਨੰਦ ਦੀ ਪ੍ਰਾਪਤੀ ਹੋ ਜਾਂਦੀ ਹੈ। ਅਤੇ ਦੁੱਖ ਕੱਟਿਆ,
ਦੁੱਖ ਜਿਹੜਾ ਹੈ ਉਹਨਾਂ ਦਾ ਉਹ ਸਾਧ ਸੰਗਤ ਜੀ ਜਨਮ ਮਰਨ ਦਾ ਹੈ। ਕਿਉਂਕਿ ਜੰਮਣ ਮਰਨ ਵੱਡਾ ਵਿਛੋੜਾ, ਬਿਨਸੈ ਜਗ ਸਬਾਏ। ਜਦੋਂ ਵੱਡਾ ਦੁੱਖ ਹੋਵੇ, ਛੋਟੇ ਦੁੱਖ ਉਹਦੇ ਵਿੱਚ ਹੀ ਹੁੰਦੇ ਹਨ। ਜੰਮਣ ਅਤੇ ਮਰਨ ਦਾ ਦੁੱਖ ਵੱਡਾ ਹੈ, ਬਾਕੀ ਜ਼ਿੰਦਗੀ ਵਿੱਚ ਸਾਰੀ ਦੁੱਖਾਂ ਦੇ ਹੀ ਹੈ। ਮਹਾਂਪੁਰਸ਼ਾਂ ਨੇ ਕੜਾ ਕੁੰਡਲ ਨਿਆਏ ਦੁਆਰਾ ਦਰਸਾਇਆ ਹੈ ਕਿ ਕੜਾਹੀ ਨੂੰ ਚੁੱਲ੍ਹੇ 'ਤੇ ਧਰਨਾ ਹੋਵੇ, 2 ਕੁੰਡਿਆਂ ਤੋਂ ਫੜ ਕੇ ਧਰੀ ਜਾਂਦੀ ਹੈ। ਕੜਾਹੀ ਕੁੰਡਿਆਂ ਤੋਂ ਫੜ ਕੇ ਚੁੱਲ੍ਹੇ 'ਤੇ ਧਰੀ ਜਾਂਦੀ ਹੈ। ਜਦੋਂ ਚੁੱਲ੍ਹੇ 'ਤੇ ਧਰ ਦਈਏ ਤਾਂ ਫਿਰ ਦੁੱਖਾਂ ਦੀ ਕੀ ਘਾਟ ਰਹਿ ਗਈ। ਥੱਲੇ ਅੱਗ ਬਾਲੀ ਰਹੀ ਹੈ, ਫਿਰ ਤਾਂ ਕੜਾਹੀ ਸੜੇਗੀ, ਤਪੇਗੀ, ਦੁਖੀ ਹੋਵੇਗੀ। ਜਨਮ ਅਤੇ ਮਰਨ 2 ਕੁੰਡੇ ਹਨ। ਜ਼ਿੰਦਗੀ ਦੀ ਕੜਾਹੀ ਹੈ। ਜ਼ਿੰਦਗੀ ਦੀ ਕੜਾਹੀ ਦੁੱਖਾਂ ਦੀ ਅੱਗ ਦੇ ਉੱਤੇ ਹੈ। ਦੁੱਖ ਦੀਆਂ ਪੰਡਾਂ ਖੁੱਲ੍ਹੀਆਂ, ਸੁੱਖ ਨਾ ਨਿਕਲਿਓ ਕੋਏ। ਜੇ ਉਹਨੂੰ ਚੁੱਲ੍ਹੇ 'ਤੇ ਧਰਨਾ ਹੈ ਤਾਂ ਵੀ 2 ਕੁੰਡਿਆਂ ਤੋਂ ਫੜ ਕੇ ਧਰਾਂਗੇ। ਜੇ ਚੁੱਲ੍ਹੇ ਤੋਂ ਲਾਹਣਾ ਹੈ ਤਾਂ 2 ਕੁੰਡਿਆਂ ਤੋਂ ਫੜ ਕੇ ਹੀ ਲਾਵਾਂਗੇ। ਕੜਾਹੀ ਧਰਨੀ ਹੈ ਦੁੱਖਾਂ ਦੀ ਅੱਗ ਦੇ ਉੱਤੇ, ਤਾਂ ਜਨਮ ਮਰਨ ਦੇ ਕੁੰਡੇ ਲੈ ਕੇ ਆਉਂਦੇ ਹਨ। ਅਤੇ ਬਸ ਫਿਰ ਜ਼ਿੰਦਗੀ ਦੀ ਕੜਾਹੀ ਤਪਦੀ ਰਹਿੰਦੀ ਹੈ, ਤਪਦੀ ਰਹਿੰਦੀ ਹੈ। ਪੂਰਾ ਗੁਰੂ ਆਉਂਦਾ ਹੈ, ਉਹ ਦੋਵੇਂ ਕੁੰਡੇ ਹੀ ਮੇਟ ਦਿੰਦਾ ਹੈ ਜਨਮ ਮਰਨ ਦੇ। ਜਦੋਂ ਜਨਮ ਮਰਨ ਮਿਟਿਆ ਅਤੇ ਬਾਕੀ ਜਿਹੜੇ ਵਿਚਕਾਰਲੇ ਦੁੱਖ ਹਨ ਉਹ ਆਪੇ ਹੀ ਮਿਟ ਜਾਂਦੇ ਹਨ। ਸੋ ਸੱਚੇ ਪਾਤਸ਼ਾਹ ਜੀ ਕਹਿੰਦੇ ਦੁੱਖ ਕੱਟਿਆ। ਜਨਮ ਮਰਨ ਦਾ ਵੱਡਾ ਦੁੱਖ ਸੀਗਾ, ਉਹ ਕੱਟ ਦਿੱਤਾ। ਮੈਂ ਬ੍ਰਹਮ ਤੋਂ ਭਿੰਨ ਹਾਂ, ਵੱਖਰਾ ਹਾਂ। ਇਹ ਵੀ ਜਿਹੜੀਆਂ 5 ਪ੍ਰਕਾਰ ਦੀਆਂ ਭ੍ਰਾਂਤੀਆਂ ਸਨ, ਉਹ 5 ਪ੍ਰਕਾਰ ਦੀਆਂ ਭ੍ਰਾਂਤੀਆਂ ਵੀ ਸਤਿਗੁਰੂ ਜੀ ਨੇ ਦੂਰ ਕਰ ਦਿੱਤੀਆਂ। ਚਾਨਣ ਕੀਆ ਕਰਤਾਰ, ਪਰਮੇਸ਼ਰ ਨੇ ਪ੍ਰਕਾਸ਼ ਹੀ ਪ੍ਰਕਾਸ਼, ਚਾਨਣ ਹੀ ਚਾਨਣ ਕਰ ਦਿੱਤਾ ਹੈ। ਨਾਨਕ ਰੱਖਣ ਹਾਰਾ ਰਖਸੀ, ਆਪਣੀ ਕਿਰਪਾ ਧਾਰ। ਮਹਾਰਾਜ ਸਾਹਿਬ ਤੀਸਰੇ ਪਾਤਸ਼ਾਹ ਜੀ, ਤੀਸਰੇ ਨਾਨਕ ਜੀ ਬਚਨ ਕਰਦੇ ਨੇ, ਹੇ ਭਾਈ ਤੂੰ ਚਿੰਤਾ ਨਾ ਕਰ, ਹੁਣ ਰੱਖਣ ਵਾਲਾ ਆਪੇ ਹੀ ਕਿਰਪਾ ਕਰਕੇ ਰੱਖੇਗਾ। ਕਿਉਂਕਿ ਉੱਥੇ ਕਿਸੇ ਵੀ ਬੰਦੇ ਦੀ ਆਪਣੀ ਸਿਆਣਪ, ਕੋਈ ਸਿਫਾਰਿਸ਼, ਕੋਈ ਜ਼ੋਰ, ਕੋਈ ਸਾਧਨ ਨਹੀਂ ਚੱਲਦਾ। ਸਾਧਨ ਕਰਨਾ ਚਾਹੀਦਾ ਸਿਰਫ ਅਤੇ ਸਿਰਫ ਨਾਮ ਜਪਣ ਦਾ। ਗੁਰੂ ਕੇ ਸਿੱਖਾਂ ਵਾਸਤੇ ਇਹੀ ਹੁਕਮ ਹੈ ਕਿ ਭਾਈ ਤੁਸੀਂ ਵਾਹਿਗੁਰੂ ਵਾਹਿਗੁਰੂ ਆਖੀ ਚੱਲੋ। ਕਹੋ ਕਬੀਰ ਅੱਖਰ ਦੋਏ ਭਾਖ, ਹੋਏਗਾ ਖਸਮ ਤਾਂ ਲਏਗਾ ਰਾਖ। ਆਪੇ ਹੀ ਰੱਖੇਗਾ। ਸਿਰਫ ਤੁਸੀਂ ਆਪਣਾ ਅਭਿਆਸ ਨਾ ਛੱਡੋ, ਵਾਹਿਗੁਰੂ ਵਾਹਿਗੁਰੂ ਕਹਿਣਾ ਨਾ ਛੱਡੋ। ਆਪਣੀ ਕਿਰਪਾ ਧਾਰ, ਆਪਣੀ ਕਿਰਪਾ ਕਰਕੇ ਵਾਹਿਗੁਰੂ ਆਪਣੇ ਸੇਵਕਾਂ ਨੂੰ ਆਪ ਹੀ ਰੱਖ ਲੈਂਦਾ ਹੈ, ਤੁਹਾਨੂੰ ਵੀ ਰੱਖ ਲਵੇਗਾ। ਮਹੱਲਾ ਤੀਜਾ। ਤੀਸਰੇ ਪਾਤਸ਼ਾਹ ਜੀ ਅਗਲਾ ਸ਼ਲੋਕ ਉਚਾਰਨ ਕਰਦੇ। ਗੁਰ ਕੀ ਸੇਵਾ ਚਾਕਰੀ, ਭੈ ਰਚ ਕਾਰ ਕਮਾਏ। ਸਤਿਗੁਰਾਂ ਦੀ ਸੇਵਾ ਚਾਕਰੀ ਜਿਹੜੀ ਹੈ ਇਹ ਕੋਈ ਸੌਖੀ ਨਹੀਂ ਹੈ। ਗੁਰ ਪੀਰਾਂ ਕੀ ਚਾਕਰੀ, ਮਹਾਂ ਕਰੜੀ ਸੁਖ ਸਾਰ। ਸਤਿਗੁਰੂ ਮਹਾਰਾਜ ਗੁਰੂ ਅਮਰਦਾਸ ਸਾਹਿਬ ਜੀ ਕਰ ਸਕੇ ਹਨ। ਉਹਨਾਂ ਨੇ 12 ਸਾਲ ਆਪਣੇ ਗੁਰਦੇਵ ਦੀ ਸੇਵਾ ਕੀਤੀ ਹੈ, ਧੰਨ ਗੁਰੂ ਅੰਗਦ ਦੇਵ ਜੀ ਦੀ। ਅਤੇ ਗੁਰੂ ਅੰਗਦ ਦੇਵ ਜੀ ਨੇ ਲਗਭਗ 7 ਤੋਂ 9 ਸਾਲ ਦਾ ਵਿਚਕਾਰਲਾ ਸਮਾਂ ਗੁਰੂ ਨਾਨਕ ਦੇਵ ਜੀ ਦੀ ਬਹੁਤ ਕਰੜੀ ਸੇਵਾ ਕੀਤੀ ਹੈ। ਅਤੇ ਗੁਰੂ ਰਾਮਦਾਸ ਜੀ ਨੇ ਆਪਣੇ ਗੁਰਦੇਵ ਦੀ, ਗੁਰੂ ਅਮਰਦਾਸ ਜੀ ਦੀ 22 ਸਾਲ ਸੇਵਾ ਕੀਤੀ ਹੈ। ਸੋ ਇਹ ਸੇਵਾ ਕਰੀ ਦੀ ਕਿਵੇਂ ਹੈ? ਭੈ ਰਚ, ਗੁਰੂ ਦੇ ਭੈ ਵਿੱਚ, ਅਦਬ ਦੇ ਵਿੱਚ। ਜਿਹਨੇ ਅਦਬ ਕੀਤਾ ਆਪਣੇ ਗੁਰੂ ਦਾ, ਉਹ ਸੇਵਾ 'ਚ ਸਫਲ ਹੋਏ ਹਨ। ਸੇਵਾ ਹੋਰ ਕਈ ਲੋਕ ਵੀ ਕਰਦੇ ਸਨ। ਗੁਰੂ ਘਰ ਦੇ ਵਿੱਚ ਬਹੁਤ ਭੱਜ ਦੌੜ ਕਰਦੇ ਸਨ, ਪਰ ਮੈਂ ਕਰਦਾ ਹਾਂ
ਇਹ ਭਾਵ ਨਹੀਂ ਸੀ ਜਾਂਦਾ। ਆਖੋ ਸ੍ਰੀ ਵਾਹਿਗੁਰੂ। ਸੇਵਾ ਕਰਤ ਹੋਏ ਨੇਹ ਕਾਮੀ, ਕਹਿ ਦੇਣਾ ਬੜਾ ਸੌਖਾ ਹੈ ਕਿ ਮੈਂ ਨਿਸ਼ਕਾਮ ਹਾਂ ਸੇਵਾ ਤੋਂ, ਪਰ ਅੰਦਰੋਂ ਕਾਮਨਾ ਜਾਂਦੀ ਕੋਈ ਨਹੀਂ। ਕਈ ਦੇਖਿਆ ਹੈ ਸੱਜਣ, ਉਹ ਸੁਸਾਇਟੀਆਂ ਬਣਾ ਲੈਂਦੇ, ਜਥੇਬੰਦੀਆਂ ਬਣਾ ਲੈਂਦੇ ਸ਼ਹਿਰਾਂ ਵਿੱਚ। ਪੰਜਾਬ ਵਿੱਚ ਤਾਂ ਮੈਂ ਦੇਖਿਆ, ਇੱਥੇ ਵੀ ਕਿਤੇ ਕਿਤੇ ਹੋਵੇਗਾ, ਅਤੇ ਉਹ ਇਹ ਕਹਿ ਦਿੰਦੇ ਆ ਵੀ ਅਸੀਂ ਨਿਸ਼ਕਾਮ ਸੇਵਾ ਕਰਦੇ ਹਾਂ। ਕੀਰਤਨ ਕਰਦੇ ਹਾਂ ਜੀ, ਅਸੀਂ ਤਾਂ ਨਿਸ਼ਕਾਮ ਕਰਦੇ ਹਾਂ, ਪੈਸੇ ਨਹੀਂ ਅਸੀਂ ਲੈਂਦੇ। ਕਥਾ ਕਰਦੇ ਹਾਂ, ਅਸੀਂ ਨਿਸ਼ਕਾਮ ਕਰਦੇ ਹਾਂ, ਅਸੀਂ ਭੇਟਾ ਨਹੀਂ ਲੈਂਦੇ। ਅਸੀਂ ਲੰਗਰ ਦੀ ਸੇਵਾ ਕਰਦੇ ਹਾਂ, ਨਿਸ਼ਕਾਮ ਕਰਦੇ ਹਾਂ, ਕੁਛ ਨਹੀਂ ਲੈਂਦੇ। ਇਸ ਤਰ੍ਹਾਂ ਦੇ ਨਿਸ਼ਕਾਮ ਬਹੁਤ ਜ਼ਿਆਦਾ ਮਿਲੇ ਹਨ, ਜਿਹੜੇ ਕੀਰਤਨ ਕਰਕੇ ਨਾਲ ਹੀ ਕਹਿ ਦਿੰਦੇ ਆ ਵੀ ਅਸੀਂ ਤਾਂ ਨਿਸ਼ਕਾਮ ਕਰਦੇ। ਉਹ ਨਿਸ਼ਕਾਮਤਾ ਦਾ ਫੱਟਾ ਲਵਾਉਣਾ ਜਿਹੜਾ ਹੈ, ਉਹ ਜਿਹੜੀਆਂ ਫੀਤੀਆਂ ਨੇ ਉਹ ਕਾਮਨਾ ਨਾਲ ਹੀ ਲੱਗ ਰਹੀਆਂ ਨੇ। ਕਾਮਨਾ ਤਾਂ ਗਈ ਕੋਈ ਨਹੀਂ। ਜਿਹੜਾ ਨਿਸ਼ਕਾਮ ਹੋ ਜਾਂਦਾ ਹੈ ਉਹ ਫਿਰ ਕਹਿੰਦਾ ਵੀ ਨਹੀਂ ਕਿ ਮੈਂ ਨਿਸ਼ਕਾਮ ਹਾਂ। ਵੈਰਾਗ ਅਤੇ ਤਿਆਗ ਦੋ ਸਾਧਨ ਨੇ ਬ੍ਰਹਮ ਦੀ ਪ੍ਰਾਪਤੀ ਦੇ। ਭਗਵਾਨ ਗੀਤਾ ਵਿੱਚ ਕਹਿੰਦੇ, ਅਰਜਨ ਜੇ ਤੂੰ ਪਰਮੇਸ਼ਰ ਨੂੰ ਪਾਉਣਾ ਚਾਹੁੰਦਾ ਹੈ ਤਾਂ ਤਿਆਗ ਕਰ। ਕਹਿੰਦਾ ਜੀ ਮੈਂ ਤਾਂ ਸਾਰਾ ਕੁਝ ਤਿਆਗ ਹੀ ਦਿੱਤਾ। ਕਹਿੰਦੇ ਨਹੀਂ, ਜੇ ਤੂੰ ਤਿਆਗਿਆ ਹੁੰਦਾ ਤਾਂ ਇਹ ਕਹਿਣ ਦਾ ਵੀ ਤਿਆਗ ਕਰ ਦਿੰਦਾ ਕਿ ਮੈਂ ਤਿਆਗਿਆ ਹੈ। ਜੇ ਕਹਿ ਰਿਹਾ ਮੈਂ ਤਿਆਗ ਦਿੱਤਾ ਤਾਂ ਇਹ ਮਤਲਬ ਜੇ ਤੂੰ ਤਿਆਗਿਆ ਨਹੀਂ। ਜਿਸ ਨੇ ਤਿਆਗਿਆ ਹੈ ਉਹ ਤਾਂ ਫਿਰ ਕਹਿਣ ਦਾ ਵੀ ਤਿਆਗ ਕਰ ਦਿੰਦਾ। ਅਤੇ ਜੇ ਫਿਰ ਉਹ ਚੁੱਪ ਕਰ ਜਾਂਦਾ ਹੈ ਅਤੇ ਚੁੱਪ ਕਰਨ ਦਾ ਵੀ ਉਹ ਤਿਆਗ ਕਰ ਦਿੰਦਾ ਕਿ ਮੈਂ ਚੁੱਪ ਹਾਂ। ਐਸਾ ਭਗਵਾਨ ਕਹਿੰਦੇ ਹਨ ਕਿ ਤਿਆਗ ਦਾ ਵੀ ਤਿਆਗ ਕਰ ਦੇ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਸੇਵਾ ਤਾਂ ਕਰਦੇ ਹੈ ਪਰ ਨਿਸ਼ਕਾਮ ਨਹੀਂ ਹੁੰਦੇ। ਗੁਰੂ ਅਮਰਦਾਸ ਮਹਾਰਾਜ ਜੀ ਸੇਵਾ ਕਰਦੇ ਨਿਸ਼ਕਾਮ ਹੋ ਗਏ ਸਨ। ਕਿੰਨੇ ਕੁ ਨਿਸ਼ਕਾਮ ਹੋ ਗਏ ਕਿ ਗੁਰੂ ਸਾਹਿਬ ਬਾਂਹ ਫੜ ਕੇ ਨਾਲ ਤੋਰ ਲਿਆ ਗੁਰੂ ਅੰਗਦ ਦੇਵ ਜੀ ਨੇ। ਅਤੇ ਮਨ ਦੇ ਵਿੱਚ ਪੈ ਆਇਆ ਵੀ ਮਹਾਰਾਜ ਦੇ ਬਰਾਬਰ ਕਿਵੇਂ ਤੁਰਾਂ। ਪੈਰ ਪਿੱਛੇ ਪਿੱਛੇ ਰੱਖਦੇ ਹੈ, ਅਦਬ ਵਿੱਚ ਰਹਿੰਦੇ ਹੈ। ਅਤੇ ਖੱਬੀ ਬਾਂਹ ਅੱਗੇ ਚਲੀ ਗਈ ਅਤੇ ਕਹਿਣ ਲੱਗੇ ਇਸ ਬਾਂਹ ਨੇ ਬੜੀ ਗੁਸਤਾਖੀ ਕੀਤੀ ਹੈ, ਇਹ ਗੁਰੂ ਸਾਹਿਬ ਜੀ ਮਹਾਰਾਜ ਤੋਂ ਅੱਗੇ ਗਈ ਹੈ, ਇਸ ਨੂੰ ਵੱਢ ਕੇ ਸੁੱਟ ਦਿਆਂ। ਫਿਰ ਆਇਆ ਵਿਚਾਰ, ਜੇ ਇਹ ਬਾਂਹ ਵੱਢ ਕੇ ਸੁੱਟਾਂਗੇ ਤਾਂ ਫਿਰ ਸਤਿਗੁਰੂ ਜੀ ਨੂੰ ਤਾਂ ਪਤਾ ਲੱਗੇਗਾ, ਸੰਗਤ ਨੂੰ ਵੀ ਪਤਾ ਲੱਗੇਗਾ, ਅਤੇ ਸੰਗਤ ਕਹੇਗੀ ਵੀ ਅਮਰਦਾਸ ਗੁਰੂ ਵਾਸਤੇ ਕਿੰਨੀ ਕੁਰਬਾਨੀ ਕਰਦਾ ਕਿ ਉਹਨੇ ਆਪਣੀ ਬਾਂਹ ਵੱਢ ਕੇ ਸੁੱਟ ਦਿੱਤੀ ਹੈ। ਫਿਰ ਲੋਕ ਮੇਰੀਆਂ ਸਿਫਤਾਂ ਕਰਨਗੇ, ਫਿਰ ਮੇਰੇ 'ਚ ਹੰਕਾਰ ਆਵੇਗਾ, ਉਹ ਹੰਕਾਰ ਮੇਰੇ ਪਤਨ ਦਾ ਕਾਰਨ ਬਣ ਜਾਏਗਾ। ਫਿਰ ਸੋਚਿਆ ਵੀ ਬਾਂਹ ਕੱਟ ਕੇ ਨਹੀਂ ਸੁੱਟਾਂਗੇ, ਇਸ ਬਾਂਹ ਤੋਂ ਕੰਮ ਨਹੀਂ ਲਵਾਂਗੇ। ਫਿਰ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ 22 ਸਾਲ ਜਿਹੜੇ ਹਨ ਉਹ ਗੁਰਤਾ ਗੱਦੀ 'ਤੇ ਰਹੇ। ਸਾਧ ਸੰਗਤ ਜੀ ਬਾਂਹ ਤੋਂ ਕੰਮ ਨਹੀਂ ਸੀ ਲੈਂਦੇ, ਇਸ ਕਰਕੇ ਉਹ ਬਾਂਹ ਸੁੱਕਿਆਂ ਵਰਗੀ ਹੋ ਗਈ ਸੀ। ਭਾਈ ਬੱਲੂ ਜੀ ਬਾਂਹ ਚੁੱਕ ਕੇ ਚੋਲਾ ਪਾਇਆ ਕਰਦੇ ਸਨ। ਉਹ ਬਾਂਹ ਇੱਦਾਂ ਚੁੱਕਣੀ ਪੈਂਦੀ ਸੀ ਅਤੇ ਉੱਥੋਂ ਫਿਰ ਚੋਲਾ ਪਾਉਂਦੇ ਸਨ ਭਾਈ ਬੱਲੂ ਜੀ। ਸਤਿਗੁਰੂ ਜੀ ਨੇ ਉਹ ਬਾਂਹ ਤੋਂ ਕੰਮ ਨਹੀਂ ਲਿਆ 22 ਸਾਲ। ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਨੇ। ਇਹ ਗੱਲਾਂ ਇਤਿਹਾਸ ਵਿੱਚ ਤਾਂ ਲਿਖੀਆਂ ਹਨ ਪਰ ਆਮ ਤੌਰ 'ਤੇ ਪ੍ਰਚਲਿਤ ਨਹੀਂ ਕਰਦੇ। ਪਰ ਗੁਰੂ ਸਾਹਿਬ ਜੀ ਮਹਾਰਾਜ ਦਾ ਤਿਆਗ, ਆਪਣੇ ਗੁਰੂ ਦੇ ਭੈ ਪ੍ਰਤੀ ਕੀ ਸੀ, ਅਦਬ ਕੀ ਸੀ, ਇਹ ਪੂਰਨੇ ਪਾ ਦਿੱਤੇ। ਭੈ ਰਚ ਕਾਰ ਕਮਾਏ, ਜੇਹਾ ਸੇਵੈ ਤੇਹੋ ਹੋਵੈ, ਜੇ ਚੱਲੈ ਤਿਸੈ ਰਜਾਏ। ਜਿਹੋ ਜਿਹੀ ਭਾਵਨਾ ਨਾਲ ਸਤਿਗੁਰਾਂ ਦੀ ਸੇਵਾ ਕਰਦਾ ਹੈ ਸਿੱਖ, ਉਹੋ ਜਿਹਾ ਹੀ ਸਿੱਖ ਬਣ ਜਾਂਦਾ। ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਭਾਈ ਬਾਲਾ ਜੀ ਨਾਲ ਗੱਲਬਾਤ ਕਰਦੇ ਨੇ, ਪੁੱਛਦੇ ਨੇ ਕਿ ਮਹਾਰਾਜ ਤੁਸੀਂ ਗੁਰੂ ਨਾਨਕ ਸਾਹਿਬ ਨਾਲ ਸਾਰੀ ਉਮਰ ਰਹੇ ਹੋ,
ਤੁਸੀਂ ਉਹਨਾਂ ਨੂੰ ਕਿਸ ਤਰ੍ਹਾਂ ਦਾ ਜਾਣਿਆ ਹੈ, ਕੀ ਦੇਖਿਆ ਹੈ? ਤਾਂ ਭਾਈ ਬਾਲਾ ਜੀ ਕਹਿੰਦੇ ਜੀ, ਮੈਂ ਸਾਰੀ ਉਮਰ ਨਾਲ ਰਿਹਾ ਹਾਂ। ਪੂਰਨ ਬ੍ਰਹਮ ਗਿਆਨੀ ਤਤ ਵੇਤੇ ਸੰਤ ਮਹਾਂਪੁਰਸ਼, ਉਹਨਾਂ ਨੂੰ ਮੈਂ ਜਾਣਿਆ ਹੈ। ਤਾਂ ਸਤਿਗੁਰੂ ਜੀ ਗੁਰੂ ਅੰਗਦ ਦੇਵ ਜੀ ਕਹਿੰਦੇ, ਧੰਨ ਹੋ ਭਾਈ ਬਾਲਾ ਜੀ, ਆਪ ਜੀ ਨੇ ਉਹਨਾਂ ਨੂੰ ਪੂਰਨ ਬ੍ਰਹਮ ਗਿਆਨੀ ਤਤ ਵੇਤੇ ਸੰਤ ਕਰਕੇ ਜਾਣਿਆ, ਤਾਂ ਹੀ ਤੁਸੀਂ ਵੀ ਤਾਂ ਪੂਰਨ ਸੰਤ ਤਤ ਵੇਤੇ ਹੀ ਬਣ ਗਏ ਹੋ। ਤੁਹਾਨੂੰ ਵੀ ਤਾਂ ਪੂਰਨ ਪ੍ਰਕਾਸ਼ ਹੋ ਗਿਆ ਹੈ। ਇਹ ਸੁਣ ਕੇ ਭਾਈ ਬਾਲਾ ਜੀ ਨੇ ਸਵਾਲ ਕੀਤਾ ਕਿ ਹੇ ਗੁਰੂ ਅੰਗਦ ਦੇਵ ਮਹਾਰਾਜ ਜੀ, ਤੁਹਾਨੂੰ ਤਾਂ ਉਹ ਆਪਣੀ ਗੱਦੀ ਦੇ ਗਏ ਨੇ, ਤੁਸੀਂ ਉਹਨਾਂ ਦੀ ਸੇਵਾ ਕੀਤੀ ਅਖੀਰਲੇ ਸਮੇਂ, ਤੁਸੀਂ ਉਹਨਾਂ ਨੂੰ ਕਿੱਦਾਂ ਦਾ ਜਾਣਿਆ ਹੈ? ਤਾਂ ਗੁਰੂ ਅੰਗਦ ਦੇਵ ਜੀ ਚੁੱਪ ਕਰ ਗਏ, ਬੈਰਾਗ ਵਿੱਚ ਆ ਗਏ, ਅੱਖਾਂ ਵਿੱਚ ਜਲ ਛਾ ਗਿਆ। ਅਤੇ ਭਾਈ ਬਾਲਾ ਜੀ ਨੇ ਆਖਿਆ, ਮਹਾਰਾਜ ਮੇਰੇ ਸਵਾਲ ਦਾ ਆਪ ਜੀ ਨੇ ਉੱਤਰ ਨਹੀਂ ਦਿੱਤਾ, ਮੈਂ ਪੁੱਛਦਾ ਕਿ ਆਪ ਜੀ ਨੇ ਕੀ ਜਾਣਿਆ? ਅਤੇ ਸਤਿਗੁਰੂ ਗੁਰੂ ਅੰਗਦ ਦੇਵ ਜੀ ਬੜੇ ਹੀ ਭਾਵਪੂਰਤ ਸ਼ਬਦਾਂ 'ਚ ਕਹਿੰਦੇ ਜੀ, ਮੈਂ ਦੱਸ ਨਹੀਂ ਸਕਦਾ। ਉਹਨਾਂ ਨੂੰ ਮੈਂ ਪਰਮੇਸ਼ਰ ਅਕਾਲ ਪੁਰਖ ਨਿਰੰਕਾਰ ਵਾਹਿਗੁਰੂ ਹੀ ਸਮਝਿਆ ਹੈ ਕਿ ਉਹ ਅਕਾਲ ਪੁਰਖ ਦਾ ਹੀ ਰੂਪ ਹਨ। ਅਤੇ ਭਾਈ ਬਾਲਾ ਜੀ ਕਹਿੰਦੇ, ਤਾਂ ਹੀ ਤਾਂ ਤੁਸੀਂ ਵੀ ਅਕਾਲ ਪੁਰਖ ਹੀ ਬਣ ਗਏ ਹੋ, ਤੁਸੀਂ ਵੀ ਪਰਮੇਸ਼ਰ ਹੀ ਬਣ ਗਏ ਹੋ। ਇਸ ਕਰਕੇ ਸਾਧ ਸੰਗਤ ਜੀ, ਜਿਹਾ ਸੇਵੈ ਤਿਹੋ ਹੋਵੈ, ਜੇ ਚੱਲੈ ਤਿਸੈ ਰਜਾਇ। ਜੇ ਉਹਦੇ ਭਾਣੇ ਵਿੱਚ ਚੱਲਦਾ ਹੈ, ਜਿੱਦਾਂ ਦੀ ਭਾਵਨਾ ਨਾਲ ਸੇਵਾ ਕਰਦਾ ਸਿੱਖ, ਉੱਦਾਂ ਦਾ ਹੀ ਬਣ ਜਾਂਦਾ। ਨਾਨਕ ਸਭ ਕੁਛ ਆਪ ਹੈ, ਅਵਰ ਨਾ ਦੂਜੀ ਜਾਏ। ਮਹਾਰਾਜ ਕਹਿੰਦੇ ਸਾਰਾ ਕੁਝ ਪਰਮੇਸ਼ਰ ਆਪ ਹੀ ਹੈ, ਹੋਰ ਕੋਈ ਦੂਜੀ ਥਾਂ, ਕੋਈ ਟਿਕਾਣਾ ਨਹੀਂ ਜਿਹੜਾ ਉਸ ਵਾਹਿਗੁਰੂ ਤੋਂ ਬਿਨਾਂ ਸਾਨੂੰ ਸਹਾਰਾ ਦੇ ਸਕੇ। ਇਤਨੇ ਬਚਨ ਪ੍ਰਵਾਨ ਕਰਨੇ। ਭੁੱਲਾਂ ਚੁੱਕਾਂ ਦੀ ਖਿਮਾ। ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹਲਾ ਤੀਜਾ। ਆਨੰਦ ਏਕ ਓਂਕਾਰ ਸਤਿਗੁਰ ਪ੍ਰਸਾਦ, ਆਨੰਦ ਪਿਆ ਮੇਰੀ ਮਾਏ। ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿ ਸੇਤੀ। ਮਨ ਵਜੀਆਂ ਵਧਾਈਆਂ, ਰਾਗ ਰਤਨ ਪਰਵਾਰ ਭਰੀਆਂ। ਸ਼ਬਦ ਗਾਵਣ ਆਈਆਂ, ਸ਼ਬਦੋ ਤਾਂ ਗਾਓ ਹਰੀ ਕੇਰਾ। ਮਨ ਜਿਨੀ ਵਸਾਇਆ, ਕਹਿ ਨਾਨਕ ਆਨੰਦ ਹੋਆ। ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ। ਦੁਖ ਸਭ ਵਿਸਾਰਣਾ, ਅੰਗੀਕਾਰੋ ਕਰੇ ਤੇਰਾ। ਕਾਰਜ ਸਭ ਸਵਾਰਣਾ, ਸਭਨਾ ਗੱਲਾਂ ਸਮਰੱਥ ਸੁਆਮੀ। ਸੋ ਕਿਉ ਮਨੋ ਵਿਸਾਰੇ, ਕਹਿ ਨਾਨਕ ਮਨ ਮੇਰੇ। ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ। ਘਰ ਤਾਂ ਤੇਰਾ ਸਭ ਕੁਛ ਹੈ, ਜਿਸ ਦੇਹ ਸੋ ਪਾਵੇ। ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ। ਨਾਮ ਜਿਨ ਕੇ ਮਨ ਵਸਿਆ, ਵਾਜੇ ਸ਼ਬਦ ਕਨੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ। ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ। ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ। ਗੁਰੂ ਵਿਟੋ ਜਿਸ ਦੀਆਂ ਇਹ ਵਡਿਆਈਆਂ। ਕਹਿ ਨਾਨਕ ਸੁਣੋ ਸੰਤੋ, ਸ਼ਬਦ ਤਰੋ ਪਿਆਰੋ। ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ। ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਘਰ ਧਾਰੀਆ। ਪੰਜ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ। ਤੁਰ ਕਰਮ ਪਾਇਆ ਤੁਧ ਜਿਨ ਕੋ, ਸੇ ਨਾਮ ਹਰਿ ਕੈ ਲਾਗੇ। ਕਹਿ ਨਾਨਕ ਤੈ ਸੁਖ ਹੋਆ, ਤਿਤ ਘਰ ਅਨਹਦ ਵਾਜੇ। ਅਨੰਦ ਸੁਣੋ ਵਡ ਭਾਗੀ ਹੋ, ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ। ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ ਜਾਣੀ। ਸੁਣਤੇ ਪੁਨੀਤ ਕਹਿਤੇ, ਪਵਿੱਤ ਸਤਿਗੁਰ ਰਹਿਆ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਸੋ ਪਵਨ ਗੁਰੂ ਪਾਣੀ ਪਿਤਾ, ਮਾਤਾ ਧਰਤ ਮਹੱਤ। ਦਿਵਸ ਰਾਤ ਦੁਇ ਦਾਈ ਦਾਇਆ, ਖੇਲੈ ਸਗਲ ਜਗਤ। ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ। ਕਰਮੀ ਆਪੋ ਆਪਣੀ, ਕੇ ਨੇੜੇ ਕੇ ਦੂਰ। ਜਿਨੀ ਨਾਮ ਧਿਆਇਆ, ਗਏ ਮਸਕਤ ਕਾਲ। ਨਾਨਕ ਤੇ ਮੁਖ ਉਜਲੇ, ਕੀਤੀ ਛੁੱਟੀ ਨਾਲ। ਜਿਨੀ ਨਾਮ ਧਿਆਇਆ, ਗਏ ਮਸਕਤ ਕਾਲ। ਨਾਨਕ ਤੇ ਮੁਖ ਉਜਲੇ, ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।